श्री नानक पद पंकज बंदन पद पंकज बंदना सिमरो अंगद दोख निकंदना अमरदास गुर हृदय त्यावो हृदय त्यावो श्री गुरु रामदास गुण गावो श्री अर्जन बिघनन के नाशक बिघनन के नाशक हरि गोविंद शुभ सुमत प्रकाशक श्री हर राय नमो कर जोरी नमो कर जोरी गुरु हर कृष्ण मनाए बहोरी तेग बहादुर परम कृपाला परम कृपाला श्री गुरु गोबिंद सिंह विसाला धरों तरा पर पुन पुन सीसा पुन पुन सीसा बंदों बार बार जगदीशा जिसमें है अमृत ज्ञान है मानक भगत बैराग श्री गुरु ग्रंथ साहिब उदद बंदों कर अनुराग एक अंकारा सतगुरु तेह प्रसाद सत होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए बिघ्न न खेती मह किन कीना तुम कस चहो उजारा लीना। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਹਾਜ਼ਰੀਆਂ ਭਰੇ ਸਤਿਕਾਰਯੋਗ ਸਤਸੰਗੀ ਜਨੋ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕੁਝ ਦਿਨਾਂ ਤੋਂ ਅਸੀਂ ਚੱਲ ਰਹੀ ਲੜੀਵਾਰ ਕਥਾ ਦੇ ਤਹਿਤ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜੀਵਨ ਦਾ ਵਰਤਾਂਤ ਦੀ ਕਥਾ ਸਰਵਣ ਕਰਦੇ ਆ ਰਹੇ ਹਾਂ। ਤੇ ਪਿਛਲੇ ਦਿਨਾਂ ਤੋਂ ਅਸੀਂ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਪੁਰਬ ਰਾਤ ਦੇ ਅਧਿਆਇ 10ਵੇਂ ਦਾ ਪ੍ਰਸੰਗ ਆਰੰਭ ਕੀਤਾ ਸੀ, ਜਿਸ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਪਿਤਾ ਜੀ ਦਾ ਹੁਕਮ ਮੰਨ ਕੇ ਉਹਨਾਂ ਦੀ ਆਗਿਆ ਦਾ ਪਾਲਣ ਕਰਕੇ ਗਾਵਾਂ ਮੱਝਾਂ ਚਾਰਨ ਦੇ ਲਈ ਜਾਂਦੇ ਨੇ। ਕੱਲ ਦੇ ਦੀਵਾਨਾਂ ਦੇ ਵਿੱਚ ਅਸੀਂ ਇੱਥੋਂ ਤੱਕ ਪ੍ਰਸੰਗ ਸਰਵਣ ਕਰ ਚੁੱਕੇ ਹਾਂ ਕਿ ਜਿਸ ਤਰ੍ਹਾਂ ਆਪ ਨੇ ਸਰਵਣ ਕੀਤਾ ਕਿ ਗਾਵਾਂ ਮੱਝਾਂ ਨੇ ਉਹ ਖੇਤ ਦਾ ਉਜਾੜਾ ਕੀਤਾ, ਫਸਲ ਦਾ ਨੁਕਸਾਨ ਕੀਤਾ। ਫਸਲ ਦੀ ਭਰਪਾਈ ਦੇ ਵਾਸਤੇ ਕਿਸਾਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਲੈ ਕੇ ਰਾਏ ਬੁਲਾਰ ਦੇ ਸਨਮੁਖ ਪੇਸ਼ ਹੁੰਦਾ ਹੈ ਤੇ ਰਾਏ ਬੁਲਾਰ ਆਪਣੇ ਨੌਕਰ ਨੂੰ ਭੇਜ ਕੇ ਇਹ ਆਖਦਾ ਹੈ ਕਿ ਜਾ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੂੰ ਬੁਲਾਇਆ ਜਾਵੇ, ਕਿਉਂਕਿ ਰਾਏ ਬੁਲਾਰ ਕਹਿੰਦਾ ਸੀ ਵੀ ਇਹ ਬੱਚਾ ਹੈ, ਵੀ ਬੱਚਾ ਕਿਸ ਤਰ੍ਹਾਂ ਫਸਲ ਦੀ ਭਰਪਾਈ ਕਰੇਗਾ, ਇਸ ਦੇ ਵਾਸਤੇ ਇਹਨਾਂ ਦੇ ਪਿਤਾ ਜੀ ਨੂੰ ਬੁਲਾਇਆ ਜਾਵੇ। ਉਹ ਹੀ ਇਹ ਨਿਰਣਾ ਕਰਨਗੇ ਕਿ ਭਰਪਾਈ ਕਿਸ ਤਰ੍ਹਾਂ ਕਰਨੀ ਹੈ, ਕਿਸ ਤਰ੍ਹਾਂ ਫਸਲ ਦਾ ਉਜਾੜਾ ਜਿਹੜਾ ਭਰਨਾ ਹੈ, ਕਿਸ ਤਰ੍ਹਾਂ ਇਹ ਜੋ ਮਸਲਾ ਬਣਿਆ ਹੈ ਇਸ ਨੂੰ ਨਿਪਟਾਉਣਾ ਹੈ। ਤੇ ਨੌਕਰ ਮਹਿਤਾ ਕਾਲੂ ਜੀ ਦੇ ਘਰ ਦੇ ਵਿੱਚ ਪਹੁੰਚਦਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਿਤਾ ਜੀ ਨੂੰ ਆਖਦਾ ਕਿ ਆ ਕੇ ਦੇਖੋ ਆਪਣੀ ਪੁੱਤ ਦੀ ਕਰਤੂਤ ਨੂੰ।
ਵੀ ਕਿਸ ਤਰ੍ਹਾਂ ਉਹ ਲੋਕਾਂ ਦਾ ਉਜਾੜਾ ਕਰ ਰਿਹਾ, ਲੋਕਾਂ ਨੂੰ ਤਬਾਹ ਕਰ ਰਿਹਾ। ਇਹ ਸਾਰਾ ਕੁਝ ਜਦੋਂ ਮਹਿਤਾ ਕਾਲੂ ਜੀ ਸੁਣਦੇ ਨੇ ਤੇ ਉਸ ਨੌਕਰ ਦੇ ਨਾਲ ਰਾਏ ਬੁਲਾਰ ਦੀ ਉਸ ਸਭਾ ਦੇ ਵਿੱਚ ਪੇਸ਼ ਹੁੰਦੇ ਨੇ ਜਿੱਥੇ ਉਹ ਕਿਸਾਨ ਬੈਠਾ ਹੈ। ਕਿਸਾਨ ਦੇ ਨਾਲ ਨਾਲ ਹੋਰ ਵੀ ਲੋਕ ਜਿਹੜੇ ਇਕੱਠੇ ਹੋਏ ਨੇ ਉੱਥੇ ਜਾ ਕੇ ਪੇਸ਼ ਹੁੰਦੇ ਨੇ ਤੇ ਰਾਏ ਬੁਲਾਰ ਕਿਸਾਨ ਦਾ ਪੱਖ ਸੁਣਦਾ ਹੈ ਤੇ ਕਿਸਾਨ ਆਖਦਾ ਵੀ ਮੇਰੀ ਸਾਰੀ ਫਸਲ ਦਾ ਉਜਾੜਾ ਕਰ ਦਿੱਤਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਚੁੱਪਚਾਪ ਉਹ ਸਾਰਾ ਕੁਝ ਸੁਣਦੇ ਨੇ ਤੇ ਕਿਸਾਨ ਨੇ ਕੇਵਲ ਕਿਸਾਨ ਦਾ ਪੱਖ ਸੁਣ ਕੇ ਰਾਏ ਬੁਲਾਰ ਇਹ ਫੈਸਲਾ ਕਰ ਦਿੰਦਾ ਵੀ ਇਹ ਫਸਲ ਦਾ ਉਜਾੜਾ ਜਿਹੜਾ ਹੋਇਆ ਹੈ ਨਾ, ਇਹਦੀ ਭਰਪਾਈ ਕਰੋ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲਾਂ ਚੁੱਪਚਾਪ ਸਾਰੀ ਵਾਰਤਾ ਸੁਣਦੇ ਨੇ ਵੀ ਕਿਸਾਨ ਕੀ ਇਲਜ਼ਾਮ ਲਗਾ ਰਿਹਾ। ਫਿਰ ਬਾਅਦ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰਾਏ ਬੁਲਾਰ ਦੇ ਸਨਮੁਖ ਹੁਣ ਆਪਣਾ ਪੱਖ ਰੱਖਦੇ ਨੇ। ਰਾਏ ਬੁਲਾਰ ਨੂੰ ਆਖਦੇ ਨੇ ਵੀ ਸਿਆਣਾ ਪੁਰਸ਼ ਉਹੀ ਹੁੰਦਾ ਵੀ ਜਿਹੜਾ ਦੋਨਾਂ ਪੱਖਾਂ ਦੀ ਗੱਲ ਸੁਣ ਕੇ ਅਸਲ ਦੇ ਵਿੱਚ ਨਿਰਣਾ ਕਰੇ। ਇੱਥੋਂ ਤੱਕ ਦਾ ਪ੍ਰਸੰਗ ਅਸੀਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਆਓ ਇਸ ਪ੍ਰਸੰਗ ਨੂੰ ਲੜੀਵਾਰ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦਿਆਂ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਬਿਗਨ ਨ ਖੇਤੀ ਮਹਿ ਕਿਨ ਕੀਨਾ, ਤੁਮ ਕਸ ਚਹੋ ਉਜਾਰਾ ਲੀਨਾ। ਹੁਣ ਜਦੋਂ ਕਿਸਾਨ ਨੇ ਆਪਣਾ ਪੱਖ ਰਾਏ ਬੁਲਾਰ ਦੇ ਅੱਗੇ ਰੱਖ ਦਿੱਤਾ ਤੇ ਰਾਏ ਬੁਲਾਰ ਨੂੰ ਬੇਨਤੀਆਂ ਕਰਦੇ ਨੇ ਵੀ ਕਿਸਾਨ ਆਖਦਾ ਵੀ ਮੇਰੀ ਫਸਲ ਦਾ ਉਜਾੜਾ ਭਰਿਆ ਜਾਵੇ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਕਲਾਵਾਨ ਗੁਰੂ, ਗੁਣਾਂ ਦੀ ਖਾਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਆਪਣੇ ਮੁਖਾਰਬਿੰਦ ਤੋਂ ਉਚਾਰਨ ਕਰਦੇ ਨੇ, ਬਿਗਨ ਨਾ ਖੇਤੀ ਮਹਿ ਕਿਨ ਕੀਨਾ। ਕਿ ਮੱਝਾਂ ਨੇ, ਜਿਹੜੀਆਂ ਗਾਵਾਂ ਮੱਝਾਂ ਨੇ, ਇਹਨਾਂ ਨੇ ਖੇਤੀ ਦਾ ਤਾਂ ਕੋਈ ਉਜਾੜਾ ਕੀਤਾ ਹੀ ਨਹੀਂ। ਕਿਸਾਨ ਆਖ ਰਿਹਾ ਵੀ ਮੇਰੀ ਫਸਲ ਦਾ ਉਜਾੜਾ ਹੋ ਗਿਆ, ਪਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਆਪਣਾ ਪੱਖ ਰੱਖਦੇ ਨੇ ਵੀ ਫਸਲ ਦਾ ਕੋਈ ਉਜਾੜਾ ਨਹੀਂ ਹੋਇਆ। ਤੁਮ ਕਸ ਚਾਹੋ ਉਜਾਰਾ ਲੈਣਾ, ਤੇ ਤੁਸੀਂ ਹੁਣ ਕਿਹੜਾ ਉਜਾੜਾ ਲੈਣ ਦੀ ਗੱਲ ਕਰਦੇ ਹੋ? ਕਿਉਂਕਿ ਕਿਸਾਨ ਆਖਦਾ ਨਾ ਵੀ ਮੇਰੀ ਫਸਲ ਦਾ ਮੁਆਵਜ਼ਾ ਭਰਿਆ ਜਾਵੇ, ਮੈਨੂੰ ਇਸ ਫਸਲ ਦੇ ਬਣਦੀ ਮਾਇਆ ਜਿਹੜੀ ਹੈ ਉਹ ਦਿੱਤੀ ਜਾਵੇ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਵੀ ਜਦ ਮੱਝਾਂ ਗਾਵਾਂ ਨੇ ਫਸਲ ਉਜਾੜੀ ਹੀ ਨਹੀਂ ਤਾਂ ਕਿਸ ਚੀਜ਼ ਦੇ ਪੈਸੇ ਭਰੇ ਜਾਣ, ਕਿਸ ਗੱਲ ਦਾ ਮੁਆਵਜ਼ਾ ਦਿੱਤਾ ਜਾਵੇ। ਇੱਕ ਨਾ ਖੇਤ ਕੋ ਪਾਤ ਨੇ ਪਾਤੇ, ਬਾਦ ਬਤ ਤੁਮ ਬੈਠ ਰੇ ਸਾਤੇ। ਕਹਿੰਦੇ ਖੇਤ ਦੇ ਵਿੱਚੋਂ ਇੱਕ ਵੀ ਪੱਤਾ ਨਹੀਂ ਟੁੱਟਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਵੀ ਇਹ ਕਿਸਾਨ ਤਾਂ ਆਖਦਾ ਵੀ ਮੇਰਾ ਸਾਰਾ ਖੇਤ ਉਜਾੜ ਦਿੱਤਾ ਤੇ ਉਸ ਖੇਤ ਦਾ ਕਹਿੰਦੇ ਇੱਕ ਪੱਤਾ ਵੀ ਨਹੀਂ ਟੁੱਟਾ। ਜਿਹੜੀ ਫਸਲ ਕਣਕ ਬੀਜੀ ਸੀ ਨਾ, ਕਣਕ ਦਾ ਇੱਕ ਛਿੱਟਾ ਵੀ ਕਹਿੰਦੇ ਨਹੀਂ ਡਿੱਗਿਆ। ਤੇ ਇਹ ਝੂਠਾ ਇਲਜ਼ਾਮ ਲਗਾ ਰਿਹਾ ਤੇ ਕਹਿੰਦੇ ਤੁਸੀਂ ਗੁੱਸੇ ਦੇ ਵਿੱਚ ਬਚਨ ਵਿਅਰਥ ਆਖੇ ਨੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਿਸਾਨ ਨੂੰ ਆਖਦੇ ਨੇ ਵੀ ਤੂੰ ਗੁੱਸੇ ਦੇ ਵਿੱਚ ਬਹੁਤ ਅਵਾ ਤਵਾ ਬੋਲ ਗਿਆ, ਇਹ ਸਾਰਾ ਕੁਝ ਵਿਅਰਥ ਹੈ। ਪਹਿਲਾਂ ਚੰਗੀ ਤਰ੍ਹਾਂ ਦੇਖ ਪਰਖ ਲੈਣਾ ਚਾਹੀਦਾ ਸੀ ਵੀ ਭਾਈ ਫਸਲ ਦੇ ਵਿੱਚ ਉਜਾੜਾ ਹੋਇਆ ਵੀ ਹੈ ਜਾਂ ਨਹੀਂ। ਤੇ ਇਸੇ ਤਰ੍ਹਾਂ ਪਾਤਸ਼ਾਹ ਜੀ ਹੁਣ ਆਪਣਾ ਪੱਖ ਰੱਖਦੇ ਨੇ, ਜੇ ਕ੍ਰਿਖ ਖਾਈ ਮਹਿਖਨ ਤੇਨਾ, ਤੋ ਤੁਮ ਲਿਹੋ ਚਹੋ ਜੋ ਲੈਣਾ। ਤੇ ਪਾਤਸ਼ਾਹ ਜੀ ਕਹਿੰਦੇ ਵੀ ਜੇ ਗਾਵਾਂ ਮੱਝਾਂ ਨੇ ਤੇਰੀ ਫਸਲ ਖਾਧੀ ਹੈ ਨਾ ਤਾਂ ਮੈਂ ਭਰਪਾਈ ਕਰਾਂਗਾ। ਜੇ ਤੇਰਾ ਸੱਚਮੁੱਚ ਉਜਾੜਾ ਹੋਇਆ ਨਾ, ਮੈਂ ਉਜਾੜੇ ਦੀ ਭਰਪਾਈ ਕਰਾਂਗਾ। ਬਣਦੇ ਪੈਸੇ ਤੈਨੂੰ ਦਿੱਤੇ ਜਾਣਗੇ, ਜਾਂ ਜੇਕਰ ਤੂੰ ਅਨਾਜ ਲੈਣਾ ਚਾਹੁੰਦਾ ਤਾਂ ਤੈਨੂੰ ਉਨਾ ਬਣਦਾ ਅਨਾਜ ਮੁਹੱਈਆ ਕਰਵਾਇਆ ਜਾਵੇਗਾ। ਹੁਣ ਜੇਕਰ ਫਸਲ ਦਾ ਉਜਾੜਾ ਹੋਇਆ ਹੀ ਨਹੀਂ ਤਾਂ ਕਿਸ ਗੱਲ ਦੀ ਭਰਪਾਈ ਕੀਤੀ ਜਾਵੇ? ਕਹਿੰਦੇ ਜੇਕਰ ਸੱਚਮੁੱਚ ਉਜਾੜਾ ਹੋਇਆ, ਜੋ ਤੈਨੂੰ ਚੰਗਾ ਲੱਗੇ ਤੋ ਤੁਮ ਲੇਹੋ ਚਾਹੋ ਜੋ ਲੈਣਾ, ਵੀ ਜੋ ਤੂੰ ਲੈਣਾ ਚਾਹਵੇਂ। ਫਸਲ ਲੈਣੀ, ਫਸਲ ਦੇ ਵੱਟੇ ਫਸਲ ਸਹੀ, ਜੇ ਫਸਲ ਦੇ ਬਦਲੇ ਪੈਸੇ ਲੈਣੇ ਤਾਂ ਦੋਨਾਂ ਚੀਜ਼ਾਂ ਤੋਂ ਜਿਹੜਾ ਤੇਰਾ ਮਨ ਕਰੇਗਾ ਉਹ ਤੈਨੂੰ ਦੇ ਦਿੱਤੀ ਜਾਵੇਗੀ। ਜੇ ਗਵਾਰ ਤਿਤ ਬਚਨ ਪ੍ਰਤੀਤੋ, ਸੁਨ ਕਰ ਸਿਆਣੇ ਧਰਤ ਨਾ ਚੀਤੋ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਦੇ ਨੇ ਵੀ ਇਹ ਜਿਹੜਾ ਕਿਸਾਨ ਆਇਆ ਤੁਹਾਡੇ ਦਰ ਤੇ ਫਰਿਆਦ ਲੈ ਕੇ ਆਇਆ, ਕੱਲਾ ਇਹਦਾ ਪੱਖ ਲੈ ਕੇ ਇਹਦੀ ਵਿਚਾਰ ਸੁਣ ਕੇ ਤੁਸੀਂ ਇਸ ਤੇ ਯਕੀਨ ਨਾ ਕਰੋ। ਸਿਆਣਾ ਪੁਰਸ਼ ਕਹਿੰਦੇ ਉਹੀ ਹੁੰਦਾ ਹੈ ਵੀ ਜਿਹੜਾ ਦੋਨਾਂ ਪੱਖਾਂ ਦੀ ਗੱਲ ਸੁਣੇ, ਦੋਨਾਂ ਪੱਖਾਂ ਦੇ ਜਿਹੜਾ ਨਿਰਣਾ ਨਿਕਲੇ, ਜਿਹੜਾ ਸਿੱਟਾ ਨਿਕਲੇ, ਉਸ ਦੇ ਅਨੁਸਾਰ ਫੈਸਲਾ ਕਰੇ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹੁਣ ਰਾਏ ਬੁਲਾਰ ਨੂੰ ਆਖਦੇ ਨੇ ਵੀ ਤੂੰ ਇਸ ਤਰ੍ਹਾਂ ਮੌਕੇ ਦਾ ਬਾਦਸ਼ਾਹ ਹੋਣ ਦੇ ਨਾਲ ਨਾਲ ਇੱਕ ਬੰਦੇ ਦੀ ਗੱਲ ਸੁਣ ਕੇ ਫੈਸਲਾ ਨਹੀਂ ਕਰ ਸਕਦਾ।
ਮੈਨੂੰ ਵੀ ਪੂਰਾ ਹੱਕ ਹੈ ਵੀ ਮੈਂ ਆਪਣਾ ਪੱਖ ਰੱਖਾਂ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਖਦੇ ਨੇ ਵੀ ਕੱਲਾ ਇਸ ਤੇ ਯਕੀਨ ਕਰਕੇ ਤੁਸੀਂ ਨਿਰਣਾ ਲੈ ਲਿਆ, ਇਹ ਗੱਲ ਚੰਗੀ ਨਹੀਂ। ਸਿਆਣੇ ਬੰਦਿਆਂ ਦਾ ਇਹ ਗੁਣ ਨਹੀਂ ਹੁੰਦਾ। ਸਿਆਣੇ ਬੰਦੇ ਦੋਨਾਂ ਧਿਰਾਂ ਦਾ ਪੱਖ ਸੁਣਦੇ ਨੇ। ਪੁਨ ਬੋਲਿਓ ਸੁਣ ਕਰ ਕ੍ਰਿਖ ਖਾਰਾ, ਸਾਬਤ ਏਕ ਨਾ ਕੋਣ ਕਿਦਾਰਾ। ਤੇ ਹੁਣ ਜਦੋਂ ਕਿਸਾਨ ਨੇ ਦੇਖਿਆ ਵੀ ਇਹ ਗੱਲ ਹੁਣ ਪੁੱਠੇ ਪਾਸੇ ਨੂੰ ਚੱਲ ਪਈ, ਮੇਰੇ ਹੱਕ 'ਚ ਫੈਸਲਾ ਹੋਣ ਲੱਗਾ ਸੀ, ਵੀ ਇਹ ਵੀ ਧਿਰ ਖੜੀ ਹੋ ਗਈ, ਹੁਣ ਇਹ ਵੀ ਆਪਣਾ ਪੱਖ ਰੱਖਣ ਲੱਗ ਪਏ। ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਖਿਆ ਵੀ ਪਹਿਲਾਂ ਚੰਗੀ ਤਰ੍ਹਾਂ ਪਰਖ ਲੈਣਾ ਚਾਹੀਦਾ, ਤੇ ਫਿਰ ਕਿਸਾਨ ਆਖਦਾ ਵੀ ਮੇਰੀ ਤਾਂ ਸਾਰੀ ਖੇਤੀ ਉਜੜ ਗਈ। ਕਿਸਾਨ ਬੋਲਿਆ ਵੀ ਮੇਰੀ ਖੇਤ ਦਾ ਇੱਕ ਪੱਤਾ ਵੀ ਸਾਬਤਾ ਨਹੀਂ ਬਚਿਆ, ਕਣਕ ਦਾ ਇੱਕ ਛਿੱਟਾ ਵੀ ਸਾਬਤਾ ਨਹੀਂ ਬਚਿਆ, ਤੇ ਇਹ ਆਖਦੇ ਨੇ ਵੀ ਤੁਹਾਡੇ ਕਣਕ ਦਾ ਇੱਕ ਛਿੱਟਾ ਗਿਰਿਆ ਵੀ ਨਹੀਂ, ਸਾਰੀ ਫਸਲ ਉੱਦਾਂ ਦੀ ਉੱਦਾਂ ਖੜੀ ਹੈ। ਤੇ ਹੁਣ ਕਿਸਾਨ ਵੀ ਦੁਬਾਰਾ ਫਿਰ ਬੋਲਦਾ ਹੈ, ਪਠਵੋ ਮਾਨਵ ਹੈ ਰਹਿਤਾ ਸੋ, ਮੈਂ ਨ ਕਹੋ ਕੂਰ ਤੁਮ ਪਾਸੋ। ਤੇ ਕਿਸਾਨ ਕਹਿੰਦਾ ਵੀ ਜੇਕਰ ਤੁਹਾਨੂੰ ਮੇਰੀਆਂ ਗੱਲਾਂ ਤੇ ਯਕੀਨ ਨਹੀਂ ਆਉਂਦਾ ਨਾ, ਤਾਂ ਇਸ ਤਰ੍ਹਾਂ ਕਰੋ ਵੀ ਜਿਵੇਂ ਤੁਸੀਂ ਆਪਣੇ ਨੌਕਰ ਨੂੰ ਮਹਿਤਾ ਕਾਲੂ ਜੀ ਨੂੰ ਬੁਲਾਉਣ ਵਾਸਤੇ ਭੇਜਿਆ ਸੀ ਨਾ, ਕਿਸੇ ਬੰਦੇ ਨੂੰ ਭੇਜ ਕੇ ਮੇਰਾ ਖੇਤ ਦਿਖਾ ਲਿਆਓ। ਜਿੱਥੇ ਮੇਰਾ ਖੇਤ ਹੈ ਨਾ, ਜਿਹੜੀ ਫਸਲ ਦੀ ਉਜਾੜੇ ਦੀ ਗੱਲ ਕਰਦਾ, ਤੁਸੀਂ ਕਿਸੇ ਨੂੰ ਭੇਜ ਕੇ ਉਹ ਦਿਖਾ ਦਿਓ। ਆਪਣੀਆਂ ਅੱਖਾਂ ਦੇ ਨਾਲ ਦੇਖ ਕੇ ਆਵੇਗਾ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਫਸਲ ਦਾ ਉਜਾੜਾ ਹੋਇਆ ਹੈ ਜਾਂ ਨਹੀਂ। ਇਹ ਕਿਸਾਨ ਹੁਣ ਰਾਏ ਬੁਲਾਰ ਦੇ ਅੱਗੇ ਬੇਨਤੀ ਕਰਦਾ ਹੈ, ਯੁਗਮ ਬਚਨ ਸੁਣ ਸੰਸੈ ਆਇਆ, ਨਿਰਣੈ ਕਾਰਨ ਮਨੁਜ ਪਠਾਇਆ। ਹੁਣ ਜਦੋਂ ਦੋਨਾਂ ਧਿਰਾਂ ਦਾ ਪੱਖ ਸੁਣਿਆ ਤਾਂ ਕਹਿੰਦੇ ਰਾਏ ਬੁਲਾਰ ਦੇ ਮਨ ਦੇ ਵਿੱਚ ਵੀ ਕੁਝ ਸ਼ੱਕ ਪੈਦਾ ਹੋ ਗਿਆ ਵੀ ਗੱਲ ਤਾਂ ਇਸ ਬੱਚੇ ਨੇ ਸਿਆਣੀ ਕੀਤੀ ਵੀ ਦੋਨਾਂ ਧਿਰਾਂ ਦਾ ਪੱਖ ਸੁਣਨਾ ਜ਼ਰੂਰੀ ਹੈ। ਜਦੋਂ ਰਾਏ ਬੁਲਾਰ ਨੇ ਦੋਨਾਂ ਦਾ ਪੱਖ ਸੁਣਿਆ ਤਾਂ ਨਿਰਣਾ ਕਰਨ ਦੇ ਵਾਸਤੇ ਕਹਿੰਦੇ ਉਹਨੇ ਇੱਕ ਮਨੁੱਖ ਨੂੰ, ਆਪਣੇ ਨੌਕਰ ਨੂੰ ਉਸ ਥਾਂ ਦੇ ਉੱਤੇ ਭੇਜਿਆ ਜਿਸ ਥਾਂ ਦਾ ਉਜਾੜੇ ਦੀ ਭਰਪਾਈ ਦੇ ਵਾਸਤੇ ਕਿਸਾਨ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਕੇ ਰਾਏ ਬੁਲਾਰ ਦੇ ਸਨਮੁਖ ਪੇਸ਼ ਹੋਇਆ ਹੈ। ਏਰਿਓ ਫਿਰ ਕੈ ਨਰ ਚਹੁਕਾਤੇ, ਬਿਗਨ ਨ ਦਿਸੈ ਮੋਰਿਓ ਤਹਾਂ ਤੇ। ਜਿਹੜਾ ਆਦਮੀ ਰਾਏ ਬੁਲਾਰ ਨੇ ਹੁਣ ਆਪਣਾ ਨੌਕਰ ਭੇਜਿਆ ਸੀ ਖੇਤ ਦੇਖਣ ਦੇ ਵਾਸਤੇ, ਹੁਣ ਉਹ ਖੇਤ ਦੇਖਣ ਜਾਂਦਾ ਕਿਸਾਨ ਦਾ, ਤੇ ਸਾਰੇ ਪਾਸੇ ਚਾਰ ਚੁਫੇਰੇ ਕਹਿੰਦੇ ਜਦੋਂ ਨਿਗਾਹ ਮਾਰਦਾ ਨਾ, ਚਾਰੇ ਬੰਨੇ ਦੇਖਦਾ ਵੀ ਕੋਈ ਬਾੜ ਵੀ ਨਹੀਂ ਟੁੱਟੀ, ਖੇਤ ਤਾਂ ਉਸੇ ਤਰ੍ਹਾਂ ਹਰਿਆ ਭਰਿਆ ਹੈ। ਤੇ ਕਿਸਾਨ ਕਿਸ ਗੱਲ ਦਾ ਪੱਖ ਲੈ ਕੇ ਉਸ ਸਭਾ ਦੇ ਵਿੱਚ ਪੇਸ਼ ਹੋਇਆ, ਕਿਸ ਗੱਲੋਂ ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਮੰਦਾ ਬੋਲ ਰਿਹਾ, ਕਿਉਂ ਮਾੜਾ ਬੋਲ ਰਿਹਾ? ਖੇਤ ਦਾ ਤਾਂ ਕੋਈ ਉਜਾੜਾ ਹੀ ਨਹੀਂ ਹੋਇਆ। ਉਹ ਸਾਰਾ ਕੁਝ ਦੇਖ ਕੇ ਹੁਣ ਉਹ ਆਪਣੇ ਮਨ ਦੇ ਵਿੱਚ ਵਿਚਾਰ ਚਰਚਾ ਕਰਦਾ, ਜਿਹੜਾ ਨੌਕਰ ਉਹ ਖੇਤ ਦੇਖਣ ਦੇ ਵਾਸਤੇ ਗਿਆ ਸੀ। ਆਏ ਰਾਏ ਸੋ ਬਾਤ ਜਨਾਈ, ਮੈਂ ਹੇਰੀ ਫਿਰ ਕੇ ਚਹੁਕਾਈ। ਤੇ ਹੁਣ ਵਾਪਸ ਆ ਕੇ ਰਾਏ ਬੁਲਾਰ ਦੇ ਸਨਮੁਖ ਪੇਸ਼ ਹੋ ਕੇ ਉਹ ਨੌਕਰ ਆਖਦਾ ਵੀ ਮੈਂ ਪੂਰੇ ਚੰਗੇ ਤਰੀਕੇ ਦੇ ਨਾਲ ਦੇਖ ਪਰਖ ਕੇ ਆਇਆ ਹਾਂ, ਉਹ ਖੇਤ ਦਾ ਕੋਈ ਉਜਾੜਾ ਨਹੀਂ ਹੋਇਆ। ਉਹ ਸਾਰੀ ਗੱਲ ਰਾਏ ਬੁਲਾਰ ਨੂੰ ਦੱਸਦਾ, ਮੈਂ ਚਾਰਾਂ ਪਾਸਿਆਂ ਤੋਂ ਉਹ ਦੇਖਿਆ ਹੈ ਤੇ ਉੱਥੇ ਕਿਸੇ ਵੀ ਤਰ੍ਹਾਂ ਦੀ ਫਸਲ ਦਾ ਨੁਕਸਾਨ ਨਹੀਂ ਹੋਇਆ। ਨਹਿ ਪਸ ਖੋਜ ਨਾ ਬੂਟਾ ਟੂਟਾ, ਰਹਿਓ ਨਿਸਰ ਸਭ ਸਾਬਤ ਬੂਟਾ। ਕਹਿੰਦਾ ਨਾ ਹੀ ਉੱਥੇ ਕਿਸੇ ਤਰ੍ਹਾਂ ਦਾ ਪਸ਼ੂ ਹੈ, ਨਾ ਹੈ ਪਸ਼ ਖੋਜ, ਵੀ ਕੋਈ ਵੀ ਪਸ਼ੂਆਂ ਦਾ ਨਾਮੋ ਨਿਸ਼ਾਨ ਵੀ ਨਹੀਂ। ਵੀ ਇੱਕ ਤਾਂ ਹੁੰਦਾ ਨਾ ਵੀ ਉੱਥੇ ਪਸ਼ੂ ਖੜੇ ਹੋਣਗੇ, ਕਹਿੰਦਾ ਉੱਥੇ ਤਾਂ ਪਸ਼ੂਆਂ ਦਾ ਨਾਮੋ ਨਿਸ਼ਾਨ ਵੀ ਨਹੀਂ, ਵੀ ਪਸ਼ੂ ਇੱਧਰ ਨੂੰ ਆਏ ਵੀ ਹੋਣਗੇ। ਤੇ ਨਾਲ ਹੀ ਕਹਿੰਦਾ ਨਾ ਬੂਟਾ ਟੁੱਟਾ, ਤੇ ਜਿਹੜੀ ਫਸਲ ਨੇ ਉਹ ਬੂਟੇ ਲੱਗੇ ਨੇ ਉਹ ਕੋਈ ਵੀ ਨਹੀਂ ਟੁੱਟਿਆ, ਇੱਕ ਪੱਤੇ ਤੱਕ ਨੂੰ ਆਂਚ ਨਹੀਂ ਆਈ। ਤੇ ਇਹ ਸਾਰਾ ਕੁਝ ਦੇਖ ਕੇ ਕਹਿੰਦਾ ਮੈਂ ਉਹ ਸਾਰਾ ਹੀ ਖੇਤ ਹਰਿਆ ਭਰਿਆ ਹੋਇਆ ਹੈ, ਨਿਸਰਿਆ ਹੋਇਆ ਹੈ, ਹਰਿਆਵਲ ਪੂਰੀ ਹੈ ਤੇ ਕੋਈ ਵੀ ਫਸਲ ਦਾ ਨੁਕਸਾਨ ਨਹੀਂ ਹੋਇਆ। ਚੌਪਈ ਚਹੁੰ ਔਰ ਕਿਤ ਬਾਰ ਨਾ ਤੋਰੀ, ਹਰੀ ਖਰੀ ਪੂਜਰੀ ਸੋਜੋਰੀ। ਤੇ ਫਿਰ ਕਹਿੰਦਾ ਵੀ ਜਿਹੜੀ ਖੇਤ ਦੇ ਆਲੇ ਦੁਆਲੇ ਵਾੜ ਲੱਗੀ ਸੀ ਨਾ, ਵੀ ਕੋਈ ਜਾਨਵਰ ਕੋਈ ਪਸ਼ੂ ਇਸ ਖੇਤ ਨੂੰ ਉਜਾੜ ਨਾ ਦਵੇ। ਉਹ ਖੇਤ ਦੀ ਰਾਖੀ ਵਾਸਤੇ ਜਿਹੜੀ ਵਾੜ ਲਗਾਈ ਹੋਈ ਸੀ, ਕਹਿੰਦਾ ਉਹ ਵਾੜ ਵੀ ਉਸੇ ਤਰ੍ਹਾਂ ਖੜੀ ਹੋਈ ਹੈ, ਉਹ ਵੀ ਕਿਤੇ ਨਹੀਂ ਟੁੱਟੀ। ਉਹ ਵੀ ਜਾਂ ਤਾਂ ਇਹ ਹੋਵੇ ਉਹ ਵਾੜ ਲੱਗੀ ਆ ਤਾਂ ਵਾੜ ਤੋੜ ਕੇ ਪਸ਼ੂ ਅੰਦਰ ਵੜੇਗਾ ਨਾ, ਕਹਿੰਦਾ ਵਾੜ ਵੀ ਉਸੇ ਤਰ੍ਹਾਂ ਲੱਗੀ ਹੋਈ, ਫਸਲ ਵੀ ਉਸੇ ਤਰ੍ਹਾਂ ਹਰੀ ਭਰੀ ਹੈ। ਤੇ ਹਰੀ ਖਰੀ ਪੂਜਰੀ ਨਾ ਜੂਰੀ, ਤੇ ਸਾਰੀ ਫਸਲ ਜਿਹੜੀ ਹੈ ਉਹ ਚੰਗੀ ਤਰੀਕੇ ਦੇ ਨਾਲ ਜਿਸ ਤਰ੍ਹਾਂ ਇਹਨੇ ਪਾਲੀ ਸੀ ਉਸੇ ਤਰੀਕੇ ਦੇ ਨਾਲ ਉਹ ਲਹਿਰਾਂਦੀ ਪਈ ਹੈ। ਰਾਹਕ ਝੂਠੋ ਦੇਤ ਦੁਹਾਈ,
ਉਚਿਤ ਦੰਡ ਇਹ ਹੈ ਨਹਿਰਾਈ। ਤੇ ਇਸੇ ਤਰ੍ਹਾਂ ਕਹਿੰਦਾ ਉਹ ਕਿਸਾਨ ਜਿਹੜਾ ਆਇਆ ਨਾ ਤੁਹਾਡੀ ਸ਼ਰਨ ਦੇ ਵਿੱਚ, ਕਹਿੰਦਾ ਇਹ ਝੂਠੀ ਫਰਿਆਦ ਲੈ ਕੇ ਆਇਆ, ਕਿਉਂਕਿ ਹੁਣ ਇਹਨੇ ਆਪ ਹੀ ਇਹ ਪੱਖ ਰੱਖਿਆ ਸੀ ਵੀ ਮੇਰੇ ਤੇ ਯਕੀਨ ਨਹੀਂ ਨਾ, ਤੁਸੀਂ ਜਾ ਕੇ ਮੇਰਾ ਖੇਤ ਦੇਖ ਲਓ। ਤੇ ਹੁਣ ਜਾ ਕੇ ਜਦੋਂ ਖੇਤ ਦੇਖਿਆ ਤਾਂ ਕਿਸਾਨ ਤਾਂ ਝੂਠਾ ਪੈ ਗਿਆ ਵੀ ਫਸਲ ਤਾਂ ਸਾਰੀ ਹਰੀ ਭਰੀ ਹੈ। ਤਾਂ ਹੁਣ ਉਹ ਨੌਕਰ ਆਖਦਾ ਵੀ ਇਹ ਝੂਠੀ ਫਰਿਆਦ ਲੈ ਕੇ ਆਇਆ ਤੁਹਾਡੇ ਦਰ ਦੇ ਉੱਤੇ, ਤੇ ਇਹਦਾ ਪੱਖ ਜਿਹੜਾ ਸੀ ਉਹ ਝੂਠਾ ਪੈ ਗਿਆ। ਤੇ ਇਹ ਸਾਰਾ ਜਦੋਂ ਵਿਚਾਰ ਚਰਚਾ ਹੋਈ ਤਾਂ ਕਹਿੰਦਾ ਇਹ ਝੂਠ ਦੀ ਪੰਡ ਜਿਹੜੀ ਆਈ ਹੈ ਨਾ ਤੁਹਾਡੇ ਦਰ ਤੇ ਫਰਿਆਦ ਲੈ ਕੇ, ਹੁਣ ਇਹਨੂੰ ਬਣਦੀ ਸਜ਼ਾ ਦਿੱਤੀ ਜਾਵੇ, ਕਿਉਂਕਿ ਇਸ ਦੇ ਕਰਕੇ ਅਸੀਂ ਕਿਸੇ ਬੱਚੇ ਦਾ ਦਿਲ ਤੋੜਿਆ, ਅਸੀਂ ਕਿਸੇ ਬੱਚੇ ਨੂੰ ਮੰਦਾ ਆਖਿਆ ਇਹਦੇ ਮਗਰ ਲੱਗ ਕੇ, ਇਹਦਾ ਹੀ ਪੱਖ ਸੁਣਿਆ ਸੀ ਇਕੱਲਾ। ਤੇ ਹੁਣ ਜਦੋਂ ਸੱਚ ਸਾਹਮਣੇ ਆ ਗਿਆ ਤਾਂ ਬਣਦੀ ਸਜ਼ਾ ਇਹਨੂੰ ਦਿੱਤੀ ਜਾਵੇ। ਸੁਣ ਕਰ ਕ੍ਰਿਖਕ ਮਨ ਹੈ ਬਿਸਮਾਨਾ, ਨਿਜ ਹੇਰਨ ਕੋ ਕੀਨ ਪਿਆਨਾ। ਜਦੋਂ ਕਿਸਾਨ ਨੇ ਦੇਖਿਆ ਵੀ ਨੌਕਰ ਆ ਕੇ ਕੀ ਆਖ ਰਿਹਾ ਵੀ ਖੇਤ ਤਾਂ ਹਰਿਆ ਭਰਿਆ, ਹੁਣ ਕਿਸਾਨ ਦੇ ਮਨ ਦੇ ਵਿੱਚ ਵੀ ਫਿਰ ਦੁਬਾਰਾ ਗੱਲ ਜੀ ਟਿਕਾ ਜਿਹਾ ਨਹੀਂ ਆਇਆ ਵੀ ਭਾਈ ਮੇਰੀ ਫਸਲ ਦਾ ਉਜਾੜਾ ਹੋ ਗਿਆ ਸੀ, ਇਹ ਕਿਸ ਤਰ੍ਹਾਂ ਹੋ ਸਕਦਾ। ਕਿਸਾਨ ਸਾਰਾ ਕੁਝ ਸੁਣਦਾ ਤੇ ਹੈਰਾਨ ਰਹਿ ਜਾਂਦਾ ਵੀ ਮੇਰੀ ਫਸਲ ਉਜੜ ਗਈ ਸੀ, ਮੈਂ ਤਾਂ ਉੱਥੇ ਦੇਖ ਕੇ ਆਇਆ ਵੀ ਕੋਈ ਵੀ ਫਸਲ ਦਾ ਇੱਕ ਬੂਟਾ ਵੀ ਹਰਿਆ ਨਹੀਂ ਰਿਹਾ, ਸਾਰੀ ਫਸਲ ਉਜਾੜ ਦਿੱਤੀ ਗਈ। ਤੇ ਜਦੋਂ ਕਿਸਾਨ ਨੇ ਉਸ ਦੇ ਕੋਲੋਂ ਦੁਬਾਰਾ ਸੁਣਿਆ ਵੀ ਭਾਈ ਤੇਰਾ ਖੇਤ ਸਹੀ ਸਲਾਮਤ ਹੈ, ਤੇਰੇ ਖੇਤ ਦੀ ਫਸਲ ਨੂੰ ਕੁਝ ਨਹੀਂ ਹੋਇਆ, ਤੇ ਹੁਣ ਮਨ ਦੇ ਵਿੱਚ ਫਿਰ ਉਹਦੇ ਮਨ ਦੇ ਵਿੱਚ ਵੀ ਦੇਖਣ ਦੀ ਤਾਂਘ ਵੱਧ ਗਈ। ਕਿਸਾਨ ਕਹਿੰਦਾ ਵੀ ਮੈਂ ਆਪਣਾ ਖੇਤ ਹੁਣ ਆਪ ਦੇਖ ਕੇ ਆਉਣਾ, ਕੀ ਪਤਾ ਇਹਨੂੰ ਕਿਸੇ ਨੇ ਪੈਸੇ ਦਿੱਤੇ ਹੋਣ ਵੀ ਭਾਈ ਇਹਨਾਂ ਦੇ ਪੱਖ ਦੀ ਗੱਲ ਕਰਦੀ ਤੂੰ, ਕੀ ਪਤਾ ਪਟਵਾਰੀ ਦਾ ਰੋਹਬ ਦੇਖਦਿਆਂ ਹੋਇਆ ਮੈਂ ਤਾਂ ਕਾਲੂ ਜੀ ਦਾ ਵੀ ਉਹਨਾਂ ਦੇ ਪਾਸੇ ਝੁਕ ਗਿਆ। ਮੈਂ ਕਹਿੰਦਾ ਆਪ ਜਾ ਕੇ ਦੇਖ ਕੇ ਆਉਣਾ, ਮੈਨੂੰ ਇਸ ਦੀ ਗੱਲ ਤੇ ਯਕੀਨ ਨਹੀਂ। ਹੁਣ ਕਿਸਾਨ ਆਪ ਖੁਦ ਉੱਥੋਂ ਚੱਲਦਾ, ਦੁਬਾਰਾ ਖੇਤ ਦੇਖਣ ਦੇ ਲਈ ਉੱਥੋਂ ਚਾਲੇ ਪਾ ਦਿੰਦਾ ਹੈ। ਤੁਰਨ ਸਰਸ ਜਹਾਂ ਚਹੁ ਕੋਨਾ, ਮਤਵਾਰੇ ਜਿਮ ਕੀਨ ਸਮੋਨਾ। ਤੇ ਕਹਿੰਦੇ ਇੱਕ ਤਾਂ ਮਨ ਦੇ ਵਿੱਚ ਕਿਸਾਨ ਦੇ ਖੁਸ਼ੀ ਵੀ ਹੈ ਵੀ ਚਲੋ ਭਾਈ ਮੇਰਾ ਖੇਤ ਬਚ ਗਿਆ। ਕਹਿੰਦੇ ਖੁਸ਼ੀ ਖੁਸ਼ੀ ਤੁਰੰਤ ਆਪਣੇ ਉਸ ਜਿਹੜਾ ਵਰਗ ਆਕਾਰ ਦਾ ਖੇਤ ਸੀ, ਚੌਰਸ ਖੇਤ ਸੀ, ਤੇ ਉਸ ਪਾਸ ਪੁੱਜਾ ਤੇ ਕਹਿੰਦੇ ਵੀ ਮਤਵਾਲੇ ਨੇ ਜਿਵੇਂ ਚੁੱਪ ਕਰਵਾ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਆਖਿਆ ਸੀ ਨਾ ਵੀ ਇਹ ਤਾਂ ਮੱਤ ਤੋਂ ਹੀਣਾ ਬੱਚਾ ਹੈ, ਇਹਨੂੰ ਕਿੱਥੇ ਮੱਤ ਹੈ, ਇਹਨੂੰ ਕਿੱਥੇ ਸੋਝੀ ਹੈ। ਤੇ ਬਚਪਨ ਦੇ ਵਿੱਚ ਇਹਦੇ ਪਿਓ ਨੇ ਇਹਨੂੰ ਮੱਝਾਂ ਚਾਰਨ ਦੇ ਲਈ ਭੇਜਤਾ, ਤੇ ਇਸ ਕਰਕੇ ਅਣਜਾਣ ਪੁਣੇ ਦੇ ਵਿੱਚ ਇਹ ਜਿਸ ਤਰ੍ਹਾਂ ਆਮ ਤੌਰ ਦੇ ਉੱਤੇ ਬੱਚੇ ਕਰਦੇ ਨੇ ਨਾ ਵੀ ਉਵੇਂ ਇਹ ਬਾਕੀਆਂ ਬੱਚਿਆਂ ਦੇ ਵਾਂਗ ਇਹਨੇ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਹੀਂ ਨਿਭਾਈ। ਗਾਵਾਂ ਮੱਝਾਂ ਨੂੰ ਛੱਡ ਕੇ ਆਪ ਖੇਡਣ ਤੁਰ ਪਿਆ, ਤੇ ਉਹਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਮੰਦਾ ਬੋਲਿਆ ਸੀ। ਤੇ ਇਸ ਕਰਕੇ ਹੁਣ ਜਦੋਂ ਕਿਸਾਨ ਆਪ ਆ ਕੇ ਹਰਿਆ ਭਰਿਆ ਖੇਤ ਦੇਖਦਾ ਤਾਂ ਮਨ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਬਤੀਤ ਹੋ ਰਿਹਾ। ਤੇ ਕਵੀ ਜਿੱਥੇ ਅਲੰਕਾਰ ਬੰਨ੍ਹਦੇ ਨੇ ਕਿ ਇਸ ਤਰ੍ਹਾਂ ਲੱਗਦਾ ਵੀ ਉਸ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਚੁੱਪ ਕਰਵਾ ਦਿੱਤਾ ਹੋਵੇ, ਤੇ ਉਸ ਦਾ ਜਿਹੜਾ ਗੁੱਸਾ ਸੀ ਉਹ ਠੰਡਾ ਕਰ ਦਿੱਤਾ ਹੋਵੇ। ਸਭ ਕੀ ਧਾਰ ਉਜਰਾ ਬਹੇਰੇ, ਗਿਓ ਰਾਏ ਟਿਕ ਲਗੀ ਨਾ ਦੇਰੇ। ਤੇ ਇਸੇ ਤਰ੍ਹਾਂ ਕਹਿੰਦੇ ਹੁਣ ਜਦੋਂ ਜਿਹੜੀ ਫਸਲ ਕਹਿੰਦਾ ਸੀ ਵੀ ਮੇਰੀ ਖੇਤ ਦਾ ਉਜਾੜਾ ਹੋ ਗਿਆ, ਉਹ ਸਾਰੀ ਖੇਤੀ ਨੂੰ ਜਦੋਂ ਵੇਖਣ ਲੱਗਾ ਵੀ ਖੇਤ ਹਰਿਆ ਭਰਿਆ ਖੜਾ ਹੈ, ਫਸਲ ਚੰਗੀ ਤਰੀਕੇ ਦੇ ਨਾਲ ਹੈ, ਗਿਓ ਰਾਏ ਟਿਕ ਲਗੀ ਨਾ ਦੇਰੇ। ਤੇ ਵੇਖ ਕੇ ਫਿਰ ਕਿਸੇ ਦੇਰ ਤੋਂ ਬਗੈਰ ਤੇ ਕਹਿੰਦੇ ਰਾਏ ਬੁਲਾਰ ਦੇ ਪੋਸ ਪਹੁੰਚ ਗਿਆ। ਮਾਫੀ ਵੀ ਮੰਗਣੀ ਸੀ ਨਾ, ਹੁਣ ਰਾਏ ਬੁਲਾਰ ਦਾ ਸਮਾਂ ਵੀ ਖਰਾਬ ਕੀਤਾ, ਹੋਕਾ ਦੇ ਦੇ ਕੇ ਲੋਕ ਇਕੱਠੇ ਕੀਤੇ ਵੀ ਦੇਖੋ ਬਈ ਪਟਵਾਰੀ ਦੇ ਪੁੱਤਰ ਦੇ ਕੰਮ ਦੇਖੋ ਵੀ ਇਹ ਕਿਸ ਤਰ੍ਹਾਂ ਖੇਤਾਂ ਦਾ ਉਜਾੜਾ ਕਰ ਰਿਹਾ। ਅੱਜ ਕਹਿੰਦਾ ਮੇਰਾ ਖੇਤ ਉਜੜਿਆ, ਕੱਲ ਨੂੰ ਤੁਹਾਡੇ ਖੇਤ ਦੀ ਵੀ ਖੈਰ ਨਹੀਂ। ਇਹ ਜਦੋਂ ਸਾਰਾ ਪੱਖ ਰੱਖਿਆ ਜਾਂਦਾ, ਕਿਸਾਨ ਹੁਣ ਦੁਬਾਰਾ ਰਾਏ ਬੁਲਾਰ ਦੇ ਪਾਸ ਪਹੁੰਚਦਾ ਹੈ। ਆਵਤ ਲੋ ਹਰਿਆ ਬਲ ਭਾਰੀ, ਭਇਓ ਨਾ ਕਾਰਨ ਜਾਤ ਵਿਚਾਰੀ। ਤੇ ਹੁਣ ਕਹਿੰਦਾ ਵੀ ਮੈਂ ਜਦੋਂ ਦੇਖਿਆ ਵੀ ਸਾਰਾ ਖੇਤ ਹਰਿਆ ਭਰਿਆ ਹੋ ਗਿਆ, ਤੇ ਕਹਿੰਦਾ ਪਰ ਇਹ ਵਿਚਾਰਿਆ ਨਹੀਂ ਜਾ ਸਕਦਾ ਵੀ ਇਹਦਾ ਕਾਰਨ ਕੀ ਸੀ। ਮੇਰੇ ਸਾਹਮਣੇ ਤਾਂ ਗਾਵਾਂ ਮੱਝਾਂ ਵੀ ਚੱਲ ਰਹੀਆਂ ਸੀ, ਉਹਨਾਂ ਨੇ ਉਹ ਫਸਲ ਵੀ ਖਾਧੀ ਹੈ, ਪਰ ਮੇਰੇ ਵੱਸ ਦੀ ਗੱਲ ਨਹੀਂ, ਮੈਂ ਸਮਝ ਨਹੀਂ ਸਕਦਾ ਇਹਨੂੰ ਕਿਸ ਤਰ੍ਹਾਂ ਦੇਖਿਆ ਜਾਵੇ ਵੀ ਇਹ ਖੇਤ ਦੁਆਰਾ ਹਰਿਆ ਭਰਿਆ ਕਿਵੇਂ ਹੋ ਗਿਆ। ਅਸਲ ਦੇ ਵਿੱਚ ਕੁਝ ਕੁ ਇਤਿਹਾਸਕਾਰਾਂ ਨੇ ਇਹ ਪੱਖ ਇਸ ਤਰ੍ਹਾਂ ਵੀ ਪੇਸ਼ ਕੀਤਾ ਵੀ ਕਹਿੰਦੇ ਜਦੋਂ ਕਿਸਾਨ ਨੇ ਦੇਖਿਆ ਨਾ ਵੀ ਗਾਵਾਂ ਮੱਝਾਂ ਉਸ ਦੇ ਖੇਤਾਂ ਦੇ ਵੱਲ ਤੁਰੀਆਂ ਜਾਂਦੀਆਂ, ਆਮ ਤੌਰ ਦੇ ਉੱਤੇ ਜਦੋਂ ਦੇਖਿਆ ਜਾਵੇ ਕਿਸੇ ਦੇ ਖੇਤ ਦੇ ਵਿੱਚ ਕੋਈ ਵੀ ਗਾਵਾਂ ਮੱਝਾਂ ਬੜੀਆਂ ਹੋਣ ਨਾ, ਤਾਂ ਹਰੇਕ ਕਿਸਾਨ ਨੂੰ ਆਪਣੀ ਫਸਲ ਦੀ ਫਿਕਰ ਪੈ ਜਾਂਦੀ ਵੀ ਹੁਣ ਕਿਤੇ ਮੇਰੀ ਫਸਲ ਵੱਲ ਨਾ ਵੱਧ ਜਾਣ।
ਉਹ ਕਿਸਾਨ ਨੇ ਛੇਤੀ ਛੇਤੀ 'ਚ ਕਹਿੰਦੇ ਵੀ ਗੁੱਸੇ ਦੇ ਵਿੱਚ ਆ ਕੇ ਗਾਵਾਂ ਮੱਝਾਂ ਨੂੰ ਦੇਖ ਕੇ ਵੀ ਫਸਲਾਂ ਦਾ ਨੁਕਸਾਨ ਕਰ ਰਹੀਆਂ, ਉਹ ਤਾਂ ਖੁੱਲੇ ਦੇ ਵਿੱਚ ਕਿਤੇ ਘਾਹ ਚਰ ਰਹੀਆਂ ਸਨ। ਕਿਸੇ ਦੂਰ ਤੋਂ ਅੰਦਾਜ਼ਾ ਲਗਾ ਲਿਆ ਭਾਈ ਇਹ ਤਾਂ ਮੇਰਾ ਖੇਤ ਸੀਗਾ, ਤੇ ਜਦੋਂ ਜਾ ਕੇ ਦੇਖਿਆ ਤੇ ਹੈਰਾਨ ਰਹਿ ਗਿਆ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਕਿਸ ਤਰ੍ਹਾਂ ਕੌਤਕ ਵਰਤਾਏ ਨੇ ਤੇ ਕਿਸ ਤਰ੍ਹਾਂ ਉਹ ਬਾਲ ਲੀਲਾ ਰਚਦੇ ਨੇ। ਤੇ ਇਸ ਤਰ੍ਹਾਂ ਕਿਸਾਨ ਦੀ ਜਿਹੜੀ ਉਹ ਬੋਲ ਬਾਣੀ ਜਿਹੜੀ ਵਿਗੜੀ ਹੋਈ ਸੀ ਨਾ, ਗੁੱਸੇ ਦੇ ਵਿੱਚ ਆਇਆ ਹੋਇਆ ਸੀ, ਗੁੱਸਾ ਦਿਖਾ ਰਿਹਾ ਸੀ, ਉਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਹੁਣ ਜਿਹੜਾ ਪ੍ਰਤਾਪ ਸੀ ਨਾ ਉਹ ਤੋਂ ਝੱਲਿਆ ਨਹੀਂ ਗਿਆ ਕਿ ਕਿਸ ਤਰ੍ਹਾਂ ਪਾਤਸ਼ਾਹ ਜੀ ਬਰਕਤਾਂ ਫਰਮਾਉਂਦੇ ਨੇ, ਕਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਨੂੰ ਇਸ ਪੱਖ ਤੋਂ ਪੇਸ਼ ਕੀਤਾ ਗਿਆ ਸੀ ਕਿਸਾਨ ਵੱਲੋਂ ਵੀ ਇਹ ਤਾਂ ਜ਼ਿੰਮੇਵਾਰੀਆਂ ਤੋਂ ਭਗੌੜੇ ਨੇ, ਇਹਨਾਂ ਨੂੰ ਕੋਈ ਜ਼ਿੰਮੇਵਾਰੀ ਦੀ ਸਮਝ ਨਹੀਂ। ਪਰ ਰਾਏ ਬੁਲਾਰ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਵਿਚਾਰ ਚਰਚਾ ਹੋਈ ਸੀ, ਗੋਪਾਲ ਪਾਂਧੇ ਦੇ ਨਾਲ ਵੀ ਵਿਚਾਰ ਚਰਚਾ ਹੋਈ ਹੈ, ਮੌਲਵੀ ਦੇ ਨਾਲ ਵਿਚਾਰ ਚਰਚਾ ਹੋਈ ਹੈ, ਪੰਡਿਤ ਹਰਦਿਆਲ ਆ ਕੇ ਸ਼ਰਨ ਦੇ ਵਿੱਚ ਪੈ ਗਿਆ। ਹੁਣ ਇਹ ਤਿੰਨ ਵੱਡੇ ਵੱਡੇ ਜਿਹੜੇ ਧਾਰਮਿਕ ਆਗੂ ਨੇ ਜਿਨ੍ਹਾਂ ਨੇ ਧਾਰਮਿਕ ਸਿੱਖਿਆ ਦੇਣੀ, ਕਿ ਉਹ ਰਾਏ ਬੁਲਾਰ ਤੱਕ ਗੱਲ ਨਾ ਪਹੁੰਚੀ ਹੋਵੇਗੀ ਵੀ ਇਹ ਦੋ ਤਿੰਨ ਜਿਹੜੇ ਮੱਤ ਤੁਰੇ ਫਿਰਦੇ ਨੇ ਇਹਨਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਵਾਹ ਪਿਆ ਤੇ ਸਾਰਿਆਂ ਨੂੰ ਨਿਰ ਉੱਤਰ ਕਰਕੇ ਭੇਜਿਆ। ਰਾਏ ਬੁਲਾਰ ਤਾਂ ਪਹਿਲਾਂ ਤੋਂ ਹੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਜਿਹੜੀ ਉਹਨਾਂ ਦਾ ਪ੍ਰਭਾਵ ਸੀ, ਜਿਹੜੀ ਉਹਨਾਂ ਦੀ ਵਡਿਆਈ ਸੀ, ਉਹ ਜਾਣੂ ਸੀ। ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਰਾਏ ਬੁਲਾਰ ਦੇ ਬਾਬਤ ਇਹ ਵੀ ਲਿਖਿਆ ਹੈ ਵੀ ਰਾਏ ਬੁਲਾਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪ੍ਰਚਾਰ ਫੇਰੀਆਂ ਆਰੰਭ ਕਰਨ ਦੇ ਲਈ ਤੁਰਦੇ ਨੇ ਨਾ, ਜਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਆਉਂਦੇ ਨੇ ਬੇਬੇ ਨਾਨਕੀ ਜੀ ਦੇ ਕੋਲ ਆ ਕੇ, ਜਿੱਥੇ ਮੋਦੀ ਖਾਨੇ ਦੀ ਕਾਰ ਕਰਦੇ ਨੇ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੁਲਤਾਨਪੁਰ ਪਹੁੰਚਦੇ ਨੇ ਤਾਂ ਇਤਿਹਾਸਕਾਰ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਆਪਣੀ ਕਿਤਾਬ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਇਤਿਹਾਸ ਦਾ ਜ਼ਿਕਰ ਕੀਤਾ ਕਿ ਉਸ ਰਾਏ ਬੁਲਾਰ ਨੇ ਜਿਸ ਅਸਥਾਨ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਅਵਤਾਰ ਹੁੰਦਾ, ਪ੍ਰਕਾਸ਼ ਪੁਰਬ ਹੁੰਦਾ, ਜਿੱਥੇ ਪ੍ਰਕਾਸ਼ ਲੈਂਦੇ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਕਹਿੰਦੇ ਉਸ ਅਸਥਾਨ ਨੂੰ ਮਹਿਤਾ ਕਾਲੂ ਜੀ ਦੇ ਕੋਲੋਂ ਲੈ ਕੇ ਮਹਿਤਾ ਕਾਲੂ ਜੀ ਨੂੰ ਅਲੱਗ ਹਵੇਲੀ ਤਿਆਰ ਕਰਵਾ ਕੇ ਦਿੱਤੀ ਤੇ ਉਸ ਅਸਥਾਨ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਯਾਦ ਦੇ ਵਿੱਚ ਪਾਠਸ਼ਾਲਾ ਤਿਆਰ ਕਰਵਾਈ ਸੀ। ਤੇ ਇਸੇ ਤਰ੍ਹਾਂ ਕਹਿੰਦੇ ਹਰ ਜਨਮ ਦਿਹਾੜੇ ਤੇ ਉਹ ਰਾਏ ਬੁਲਾਰ ਉੱਥੇ ਲੰਗਰ ਕਰਦਾ ਸੀ। ਸਭ ਤੋਂ ਪਹਿਲਾਂ ਉਸ ਨੂੰ ਅਸੀਂ ਪੁਰਾਣੇ ਇਤਿਹਾਸਕ ਸਰੋਤਾਂ ਦੇ ਵਿੱਚ ਰਾਏ ਭੋਏ ਦੀ ਤਲਵੰਡੀ ਵੀ ਕਹਿ ਦਿੰਦੇ ਹਾਂ। ਰਾਏ ਬੁਲਾਰ ਦੇ ਪਿਤਾ ਦਾ ਨਾਮ ਸੀ ਰਾਏ ਭੋਏ, ਜਿਸ ਦੇ ਨਾਂ ਦੇ ਉੱਤੇ ਤਲਵੰਡੀ ਦਾ ਨਾਮ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਅਵਤਾਰ ਧਾਰਨ ਕਰਦੇ ਨੇ, ਇਤਿਹਾਸਕਾਰਾਂ ਨੇ ਲਿਖਿਆ ਕਿ ਉਸ ਰਾਏ ਭੋਏ ਦੀ ਤਲਵੰਡੀ ਦਾ ਨਾਮ ਨਾਨਕਿਆਣਾ ਵੀ ਰੱਖਿਆ ਗਿਆ। ਕੁਝ ਕੁ ਗ੍ਰੰਥਾਂ ਦੇ ਵਿੱਚ, ਕੁਝ ਕੁ ਇਤਿਹਾਸਕ ਸਰੋਤਾਂ ਦੇ ਵਿੱਚ ਨਾਨਕਿਆਣਾ ਵੀ ਕਿਹਾ ਜਾਂਦਾ, ਤੇ ਪਰ ਰਾਏ ਬੁਲਾਰ ਨੇ ਉਸ ਨਗਰ ਦਾ ਨਾਮ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਗਰ ਦੇ ਨਾਮ ਦੇ ਉੱਤੇ ਨਨਕਾਣਾ ਸਾਹਿਬ ਰੱਖ ਦਿੱਤਾ ਵੀ ਇਸ ਅਸਥਾਨ ਦੇ ਉੱਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਅਵਤਾਰ ਧਾਰਿਆ ਹੈ। ਇਸੇ ਤਰ੍ਹਾਂ ਹੁਣ ਰਾਏ ਬੁਲਾਰ ਜਦੋਂ ਕਿਸਾਨ ਨੂੰ ਦੇਖਦਾ ਨਾ, ਵੀ ਰਾਏ ਬੁਲਾਰ ਵੀ ਮਨ ਦੇ ਵਿੱਚ ਸ਼ਰਮਿੰਦਾ ਹੋ ਗਿਆ ਵੀ ਮੈਂ ਇਹਦੇ ਮਗਰ ਲੱਗ ਕੇ ਇਸ ਰੱਬੀ ਰੂਹ ਨੂੰ ਮੈਂ ਮੰਦਾ ਆਖਣ ਲੱਗਾ ਸੀ, ਇਸ ਨੂੰ ਕਬੋਲ ਆਖ ਰਿਹਾ ਸੀ। ਲਜਤ ਹੋਏ ਨਾ ਗਾਟ ਗਰਾਉ, ਪਰਿਉ ਨਾ ਪ੍ਰਭ ਪਗ ਜਾਣ ਪ੍ਰਭਾਉ। ਤੇ ਕਹਿੰਦੇ ਹੁਣ ਸ਼ਰਮਿੰਦਾ ਹੋਣ ਕਰਕੇ ਉਹ ਰਾਏ ਬੁਲਾਰ ਦੇ ਨਾਲ ਅੱਖ ਨਹੀਂ ਮਿਲਾ ਰਿਹਾ ਕਿਸਾਨ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਿਹੜੇ ਕੌਤਕ ਨੇ ਉਹਨਾਂ ਨੂੰ ਸਮਝ ਨਹੀਂ ਸਕਿਆ। ਬੰਦ ਕਰਮ ਥੋ ਭਾਗ ਨਾ ਜਾਗਾ, ਬਿਸਮੈ ਹੋਏ ਖੇਤ ਅਨੁਰਾਗਾ। ਤੇ ਕਹਿੰਦੇ ਕਿਸਾਨ ਦੇ ਮਾੜੇ ਭਾਗ ਸਨ ਵੀ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤਾਪ ਨੂੰ ਸਮਝ ਨਹੀਂ ਸਕਿਆ, ਉਹਨਾਂ ਦੀ ਵਡਿਆਈ ਨੂੰ ਸਮਝ ਨਹੀਂ ਸਕਿਆ, ਤੇ ਉਹਨਾਂ ਦੀ ਸ਼ਰਨ ਦੇ ਵਿੱਚ ਆ ਕੇ ਕਿਤੇ ਮਾਫੀ ਹੀ ਮੰਗ ਲੈਂਦਾ। ਕਹਿੰਦੇ ਉਸ ਦੇ ਮੰਦੇ ਭਾਗ ਸਨ ਵੀ ਉਹ ਇਸ ਕੌਤਕ ਨੂੰ ਸਮਝ ਨਹੀਂ ਸਕਿਆ। ਤੇ ਇਸੇ ਤਰ੍ਹਾਂ ਤੇ ਜਦ ਖੇਤ ਨੂੰ ਹਰਿਆ ਭਰਿਆ ਵੇਖਿਆ ਤਾਂ ਹੈਰਾਨ ਰਹਿ ਜਾਂਦਾ। ਸ੍ਰੀ ਨਾਨਕ ਕਾਲੂ ਪਿਤ ਸੰਗਾ, ਚਲੇ ਸਦਨ ਕੋ ਸਹਿਤ ਉਮੰਗਾ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪਣੇ ਪਿਤਾ ਜੀ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਖੁਸ਼ੀ ਘਰ ਦੇ ਵਿੱਚ ਵਾਪਸ ਆਉਂਦੇ ਨੇ। ਭਇਓ ਖੇਤ ਰਖਵਾਰੋ ਝੂਠਾ, ਜੇ ਕੋ ਮੈਖੀ ਖੇਤੇ ਮੂਠਾ। ਤੇ ਕਹਿੰਦੇ ਖੇਤਾਂ ਦਾ ਰਾਖਾ ਝੂਠਾ ਪੈ ਗਿਆ ਕਿਸਾਨ। ਤੇ ਉਹਨੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਨੀਵਾਂ ਦਿਖਾਉਣ ਦਾ ਯਤਨ ਕੀਤਾ ਸੀ ਨਾ, ਉਹ ਸਾਰਾ ਪੱਖ ਕਹਿੰਦੇ ਝੂਠਾ ਪੈ ਗਿਆ। ਤੇ ਮੱਝਾਂ ਗਾਵਾਂ ਲੈ ਕੇ ਉਹ ਘਰ ਦੇ ਵਿੱਚ ਵਾਪਸ ਆਉਂਦੇ ਨੇ। ਰਾਏ ਲਖਿਓ ਰਾਹ ਹਕਮਤਵਾਰਾ, ਬਿਨ ਉਜਰੇ ਕਿਉਂ ਕਰੀ ਪੁਕਾਰਾ। ਤੇ ਰਾਏ ਬੁਲਾਰ ਵੀ ਹੁਣ ਮਨ ਦੇ ਵਿੱਚ ਆਖਦਾ ਵੀ ਕਿਸਾਨ ਦਾ ਦਿਮਾਗ ਖਰਾਬ ਹੋ ਗਿਆ ਸੀ। ਅਸਲ ਦੇ ਵਿੱਚ ਕਿਸਾਨ ਕਹਿੰਦਾ ਪਾਗਲ ਹੋ ਗਿਆ ਵੀ ਜਿਹੜਾ ਇਸ ਬਾਲਕ ਦੇ ਪ੍ਰਤੀ ਸ਼ਿਕਾਇਤ ਲੈ ਕੇ ਮੇਰੇ ਕੋਲ ਆਇਆ ਹੈ ਵੀ ਮੇਰੇ ਖੇਤ ਦਾ ਉਜਾੜਾ ਕਰ ਦਿੱਤਾ। ਪਛਤਾਪ ਆਪ ਪੁਨ ਕੀਨਾ,
ਮੈਂ ਪੁਰਖਾ ਕਹਿ ਕਿਉਂ ਪੈ ਦੀਨਾ। ਹੁਣ ਰਾਏ ਬੁਲਾਰ ਮਨ ਦੇ ਵਿੱਚ ਪਛਤਾਵਾ ਕਰ ਰਿਹਾ ਵੀ ਮੈਂ ਇਸ ਭਲੇ ਪੁਰਸ਼ ਨੂੰ ਕਿਉਂ ਡਰਾਇਆ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਕਿਉਂ ਡਰਾਇਆ, ਕਿਉਂ ਉਹਨਾਂ ਦੇ ਪਿਤਾ ਨੂੰ ਵੀ ਇੱਥੇ ਬੁਲਾਉਣਾ ਪਿਆ। ਤੇ ਕਿਉਂਕਿ ਰਾਏ ਬੁਲਾਰ ਦੇ ਮਨ ਦੇ ਵਿੱਚ ਹੁਣ ਸ਼ਰਧਾ ਸੀ ਨਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੀ, ਤੇ ਇਸ ਦੇ ਖਾਤਰ ਹੁਣ ਉਹਨੂੰ ਪਛਤਾਵਾ ਹੋ ਰਿਹਾ, ਮਨ ਦੇ ਵਿੱਚ ਉਸ ਦੇ ਵੀ ਥੋੜਾ ਜਿਹਾ ਰੋਹ ਹੋ ਗਿਆ ਕਿਸਾਨ ਦੇ ਪ੍ਰਤੀ, ਵੀ ਇਹ ਝੂਠੀ ਫਰਿਆਦ ਲੈ ਕੇ ਆਇਆ ਹੈ। ਅਸਵਿਦ ਸ਼੍ਰੀ ਨਾਨਕ ਜਗ ਸਾਈ, ਅਦਭੁਤ ਲੀਲਾ ਕਰਤ ਸੁਹਾਈ। ਤੇ ਇਸੇ ਤਰ੍ਹਾਂ ਜਗਤ ਦੇ ਸਾਈਂ ਸ਼੍ਰੀ ਨਾਨਕ ਦੇ ਇੱਕ ਅਦਭੁਤ ਲੀਲਾ ਕੀਤੀ, ਅਦਭੁਤ ਲੀਲਾ ਕਰਤ ਸੁਹਾਈ। ਤੇ ਉਹ ਜਿਹੜੀ ਲੀਲਾ, ਜਿਹੜਾ ਕੌਤਕ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਖੇਤ ਹਰਿਆ ਕਰਨ ਵਾਲਾ ਕੌਤਕ ਦਿਖਾਇਆ ਨਾ, ਕਹਿੰਦੇ ਇਹ ਲੀਲਾ ਅਦਭੁਤ ਹੈ, ਇਸ ਨੂੰ ਬਿਆਨ ਵੀ ਨਹੀਂ ਕੀਤਾ ਜਾ ਸਕਦਾ। ਗੋਹ ਮੈਂ ਖਣ ਕੇ ਚਾਰਨ ਕਾਰਨਾ, ਨਿਤ ਬਨ ਜੈ ਹੈ ਬਿਪਤ ਬਿਦਾਰਨਾ। ਤੇ ਕਹਿੰਦੇ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਗਾਵਾਂ ਮੱਝਾਂ ਨੂੰ ਚਰਾਉਣ ਦੇ ਵਾਸਤੇ ਜੰਗਲ ਦੇ ਵਿੱਚ ਜਾਂਦੇ ਨੇ, ਜੰਗਲ ਦੇ ਵਿੱਚ ਜਾਂਦੇ ਨੇ ਤੇ ਉਹਨਾਂ ਗਾਵਾਂ ਮੱਝਾਂ ਨੂੰ ਵਧੀਆ ਕਿਸਮ ਦਾ ਜਿਹੜਾ ਚਾਰਾ ਹੈ ਉਹ ਚਰਾਉਂਦੇ ਨੇ। ਤੇ ਇਸੇ ਤਰ੍ਹਾਂ ਰੋਜ਼ਾਨਾ ਦੀ ਕਾਰ ਕਰਦੇ ਨੇ। ਆਏ ਅਨਿਸ਼ਤ ਖੇਤ ਅਗਾਰੈ, ਖਾਣ ਲੱਗੇ ਨਹਿ ਤਿਨੇ ਨਿਵਾਰੈ। ਕਹਿੰਦੇ ਇਸੇ ਤਰ੍ਹਾਂ ਇੱਛਾ ਬਿਨਾ ਜੋ ਖੇਤ ਅੱਗੇ ਆਉਂਦਾ ਤੇ ਕਹਿੰਦੇ ਪਸ਼ੂ ਉਹਨਾਂ ਨੂੰ ਖਾਂਦੇ ਨੇ, ਜਿਹੋ ਜਿਹਾ ਉਹਨਾਂ ਨੂੰ ਚੰਗਾ ਲੱਗਦਾ ਉਹ ਚਾਰਾ ਚਰਦੇ ਨੇ ਤੇ ਕੋਈ ਵੀ ਉਹਨਾਂ ਨੂੰ ਰੋਕਦੇ ਨਹੀਂ। ਤੇ ਇਸ ਵਿਦ ਕੇਤੇ ਖੇਤ ਨਿਪਾਤੇ, ਭੁਨ ਪੇ ਤਸਰਾ ਹਕ ਬਿਨ ਜਾਤੇ। ਇਸੇ ਤਰ੍ਹਾਂ ਕਹਿੰਦੇ ਕਈ ਖੇਤ ਉਹਨਾਂ ਗਾਵਾਂ ਮੱਝਾਂ ਨੇ ਚਰੇ, ਫਸਲਾਂ ਚਰੀਆਂ ਤੇ ਕਹਿੰਦੇ ਰਾਹਕਾਂ ਦੇ ਜਾਣਨ ਤੋਂ ਬਗੈਰ ਕਹਿੰਦੇ ਖੇਤ ਹਰੇ ਭਰੇ ਹੀ ਰਹੇ। ਤੇ ਇਸ ਤਰ੍ਹਾਂ ਪਾਤਸ਼ਾਹ ਜੀ ਨੇ ਕੌਤਕ ਵਰਤਾਏ। ਚੌਪਈ ਸ਼ੋਭੇ ਸਭ ਸੁਰਬੀ ਤਨ ਪੀਨਾ, ਸ਼ੀਰ ਦੇਹ ਬੁੱਢ ਵੱਡ ਆਪੀਨਾ। ਤੇ ਕਹਿੰਦੇ ਗਾਵਾਂ ਮੱਝਾਂ ਵੀ ਵਧੀਆ ਚਾਰਾ ਚਰ ਕੇ ਮਨ ਦੇ ਵਿੱਚ ਖੁਸ਼ੀ ਮਨਾਉਂਦੀਆਂ ਨੇ। ਤੇ ਕਹਿੰਦੇ ਖੁਸ਼ੀ ਖੁਸ਼ੀ ਜਿੱਥੇ ਉਹਨਾਂ ਦਾ ਸਰੀਰ ਰਿਸ਼ਟ ਪੁਸ਼ਟ ਹੋ ਗਿਆ ਨਾ, ਤੇ ਵਧੀਆ ਕਿਸਮ ਦਾ ਦੁੱਧ ਵੀ ਦੇਣ ਲੱਗ ਪਈਆਂ ਨੇ। ਦਿਨ ਪ੍ਰਤ ਮਾਖਣ ਹੋਤ ਸਵਾਇਆ, ਕਾਲੂ ਹੇਰ ਹੇਰ ਅਰ ਖਾਇਆ। ਤੇ ਕਹਿੰਦੇ ਦਿਨ ਪ੍ਰਤੀ ਦਿਨ ਜਿੱਥੇ ਦੁੱਧ ਵਧੀਆ ਆਉਂਦਾ ਤੇ ਵਧੀਆ ਕਿਸਮ ਦੇ ਮੱਖਣ ਦੇ ਵਿੱਚ ਵੀ ਵਾਧਾ ਹੋ ਰਿਹਾ। ਤੇ ਮਹਿਤਾ ਕਾਲੂ ਜੀ ਵੇਖ ਵੇਖ ਕੇ ਬਹੁਤ ਖੁਸ਼ ਹੋ ਰਹੇ ਨੇ। ਵਾਸਨ ਵੱਡੇ ਮੈਂ ਦੱਦ ਪਾਈ, ਦਾਸੀ ਮੱਥੇ ਜੋਰ ਕਰ ਲਾਈ। ਤੇ ਕਹਿੰਦੇ ਬੜੇ ਵੱਡੇ ਵੱਡੇ ਭਾਂਡਿਆਂ ਦੇ ਵਿੱਚ ਉਸ ਦੁੱਧ ਨੂੰ ਸੰਭਾਲ ਕੇ ਜਾਗ ਲਗਾਇਆ ਜਾਂਦਾ, ਉਹਨਾਂ ਨੂੰ ਜਮਾਇਆ ਜਾਂਦਾ। ਫਿਰ ਕਹਿੰਦੇ ਦਾਸੀਆਂ ਜਿਹੜੀਆਂ ਨੇ ਉਹਨਾਂ ਦੇ ਘਰ ਦੇ ਵਿੱਚ ਉਸ ਜਾਗ ਲਗਾਏ ਦੁੱਧ ਨੂੰ ਜਦੋਂ ਜੰਮ ਜਾਂਦਾ ਹੈ, ਦਹੀਂ ਬਣ ਜਾਂਦਾ, ਤੇ ਕਹਿੰਦੇ ਚੰਗੇ ਤਰੀਕੇ ਦੇ ਨਾਲ ਰਿੜਕਦੀਆਂ ਨੇ। ਰਾਖੇ ਮਾਖਨ ਮਾਤ ਸਵਾਰੀ, ਸੁਤੇ ਖੁਬਾਵਤ ਰੁਚ ਅਨੁਸਾਰੀ। ਤੇ ਕਹਿੰਦੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਮਾਤਾ ਜੀ ਫਿਰ ਮੱਖਣ ਨੂੰ ਸੰਵਾਰ ਕੇ ਰੱਖਦੇ ਨੇ ਤੇ ਆਪਣੇ ਪੁੱਤਰ ਨੂੰ ਉਸ ਦੀ ਮਰਜ਼ੀ ਦੇ ਅਨੁਸਾਰ ਖਵਾਉਂਦੇ ਨੇ। ਬਤਸ ਬ੍ਰਿੰਦ ਬਪ ਪੁਸ਼ਟ ਸਹਾਏ, ਪੈ ਪੀਵੇ ਬਹੁ ਰਹੇ ਅਗਾਏ। ਤੇ ਕਹਿੰਦੇ ਜਿਹੜੇ ਬੱਚੇ ਬੱਚੀਆਂ ਨੇ ਨਾ, ਉਹ ਕਹਿੰਦੇ ਬੜੇ ਰਿਸ਼ਟ ਪੁਸ਼ਟ ਸਨ ਤੇ ਦੁੱਧ ਪੀ ਪੀ ਕੇ ਕਹਿੰਦੇ ਉਹ ਵੀ ਉਹਨਾਂ ਦਾ ਸਰੀਰ ਵੀ ਬਹੁਤ ਵਧੀਆ ਰਿਸ਼ਟ ਪੁਸ਼ਟ ਹੋ ਗਿਆ। ਅਸਵਿਦ ਕਿੰਚਿਤ ਕਾਲ ਬਿਤਾਇਓ, ਜੰਤੁਨ ਜੋਨ ਉਧਾਰਨ ਆਇਓ। ਤੇ ਇਸੇ ਤਰ੍ਹਾਂ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿੱਥੇ ਮਨੁੱਖਾਂ ਦਾ ਉਧਾਰ ਕਰਦੇ ਨੇ, ਉੱਥੇ ਕਹਿੰਦੇ ਸਾਰੇ ਇਸ ਤਰੀਕੇ ਦੇ ਨਾਲ ਜੀਵਾਂ ਦਾ ਉਧਾਰਨ ਕਰਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਇਸੇ ਤਰ੍ਹਾਂ ਸਮਾਂ ਬਤੀਤ ਕੀਤਾ। ਇਸੇ ਤਰ੍ਹਾਂ ਉਹ ਆਪਣੇ ਪਿਤਾ ਜੀ ਦਾ ਹੁਕਮ ਮੰਨ ਕੇ ਇਹ ਗਾਵਾਂ ਮੱਝਾਂ ਚਰਾਉਣ ਵਾਸਤੇ ਜਾਂਦੇ ਨੇ। ਇੱਥੇ ਇਸ ਪ੍ਰਸੰਗ ਦੀ ਸਮਾਪਤੀ ਹੁੰਦੀ ਹੈ। ਅਗਲੇਰੇ ਦੀਵਾਨਾਂ ਦੇ ਵਿੱਚ ਅਸੀਂ ਜੋ 11ਵਾਂ ਅਧਿਆਇ ਹੈ ਉਸ ਦਾ ਪ੍ਰਸੰਗ ਆਰੰਭ ਕਰਾਂਗੇ, ਜਿਸ ਦਾ ਸਿਰਲੇਖ ਸੱਪ ਨੇ ਛਾਂ ਕਰਨੀ ਅਤੇ ਰਾਏ ਬੁਲਾਰ ਨੂੰ ਸਿੱਖਿਆ ਦੇਣੀ ਹੈ। ਤੇ ਕੱਲ ਅਗਲੇਰੇ ਦੀਵਾਨਾਂ ਦੇ ਵਿੱਚ ਇਸ ਪ੍ਰਸੰਗ ਦੀ ਆਰੰਭਤਾ ਕਰਾਂਗੇ। ਇਸ ਚੱਲ ਰਹੇ ਲੜੀਵਾਰ ਪ੍ਰਸੰਗ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕੌਤਕਾਂ ਦੇ ਬਾਬਤ ਅਸੀਂ ਵਿਚਾਰ ਸਰਵਣ ਕੀਤੇ ਨੇ, ਜਿਸ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਖੇਤ ਨੂੰ ਹਰਿਆ ਭਰਿਆ ਕਰਨ ਦਾ ਜਿਹੜਾ ਪ੍ਰਸੰਗ ਸੀ ਉਹ ਸਰਵਣ ਕੀਤਾ ਹੈ। ਗੁਰੂ ਕਿਰਪਾ ਕਰੇ ਅਸੀਂ ਵੀ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਤੀ ਉਹਨਾਂ ਦਾ ਇਤਿਹਾਸ ਸਰਵਣ ਕਰਦੇ ਕਰਦੇ ਆਪਣੇ ਹਿਰਦੇ ਦੇ ਵਿੱਚ ਸ਼ਰਧਾ ਭਾਵਨਾ ਨੂੰ ਹੋਰ ਵਧਾਈਏ ਜੀ। ਉਹਨਾਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।